ਇਹ ਗੱਲ ਆਪਣੇ ਮਨਾਂ 'ਚ ਬਿਠਾ ਲੈਣੀ ਚਾਹੀਦੀ ਹੈ ਕਿ 26 ਸਾਡੇ ਲਈ ਕੋਈ ਆਰ-ਪਾਰ ਦੀ ਲੜਾਈ ਨਹੀਂ ਹੈ। 26 ਸਾਡੇ ਲਈ ਸਿਰਫ ਇੱਕ ਦਿਨ ਹੈ ਜੋ ਅਸੀਂ ਅੱਜ ਤੱਕ ਆਪਣੀਆਂ ਜ਼ਿੰਦਗੀਆਂ 'ਚ ਮਨਾਉਂਦੇ ਰਹੇ ਹਾਂ। ਉਹ ਦਿਨ ਅਸੀਂ ਫਿਰ ਤੋਂ ਮਨਾਉਣਾ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪਬਲਿਕ ਤੋਂ ਬਿਨਾਂ ਰਿਪਬਲਿਕ ਨਹੀਂ ਹੋ ਸਕਦਾ। ਸਾਨੂੰ ਮੇਕ ਸ਼ੋਰ ਕਰਨਾ ਪੈਣਾ ਕਿ ਸਰਕਾਰ ਦਾ ਕੋਈ ਵੀ ਗਲਤ ਅਨਸਰ ਸਾਡੇ 'ਚ ਘੁਸ ਕੇ ਕੋਈ ਵੀ ਗਲਤ ਹਰਕਤ ਨਾ ਕਰ ਜੇ। ਇਹਦੇ ਲਈ ਸਾਨੂੰ ਸਾਰੇ ਆਪਣੇ ਅੱਖਾਂ, ਨੱਕ, ਕੰਨ ਸਭ ਖੋਲ੍ਹ ਕੇ ਪੂਰੀ ਸਤਰਕਤਾ ਦੇ ਨਾਲ 26 ਦੇ ਮਾਰਚ ਨੂੰ ਅਸੀਂ ਸਫਲ ਬਣਾਉਣਾ ਹੈ। ਸਾਡੇ ਕੋਲੇ ਕਿਹੜਾ ਸੈਟੇਲਾਈਟ ਹੈ, ਸਾਡੇ ਕੋਲੇ ਕੋਈ ਇਦਾਂ ਸਰਵੇਲੈਂਸ ਦਾ ਤੰਤਰ ਨਹੀਂ। ਜਿਹੜਾ ਸੰਘਰਸ਼ੀ ਯੋਧਾ ਸਾਡੇ ਕੋਲੇ ਇੱਥੇ ਪਹੁੰਚਿਆ ਉਹੀ ਸਾਡੀ ਸਰਵੇਲੈਂਸ ਹੈ, ਹਰੇਕ ਅੱਖ ਸਾਡੀ ਸਰਵੇਲੈਂਸ ਹੈ ਇੱਥੇ। ਤਾਂ ਇਹ ਮਸਲਾ ਹੈ ਕਿ ਇਹ ਸੰਘਰਸ਼ ਨੂੰ ਹੁਣ ਬੁਲੰਦੀਆਂ ਤੇ ਪਹੁੰਚ ਚੁੱਕਿਆ। 26 ਨੂੰ ਪਹਿਲੀ ਗੱਲ ਹੈ ਵੀ ਇਹ ਖਤਮ ਨਹੀਂ ਹੋ ਜਾਣਾ। 26 ਤੇ ਅਸੀਂ ਆਪਣਾ ਇੱਕ ਜਿਹਨੂੰ ਕਹਿ ਸਕਦਾ ਵੀ ਇਕਾਗਰਤਾ ਨਾਲ ਏਕਤਾ ਦਾ ਸਬੂਤ ਦੇਣਾ ਤੇ ਡਿਸਪਲਿਨ 'ਚ ਰਹਿੰਦੇ ਹੋਏ ਦੇਣਾ। ਸੋ ਕੌਮ ਦਾ ਝੰਡਾ ਸਾਡਾ ਦਿਲ 'ਚ ਹੈ, ਸਾਡੇ ਸਿਰ 'ਤੇ ਹੈ, ਸਾਡੇ ਉੱਤੇ ਹੈ। ਇੱਥੇ ਅਸੀਂ ਰਾਸ਼ਟਰੀ ਝੰਡੇ ਨੂੰ ਅੱਗੇ ਰੱਖ ਕੇ ਚੱਲਣਾ ਤੇ ਇਹ ਇੱਕ ਰਾਸ਼ਟਰ ਦੇ ਵਿੱਚ, ਇਸੇ ਦੇਸ਼ ਦੇ ਵਿੱਚ ਅਸੀਂ ਆਪਦੇ ਸੰਵਿਧਾਨਕ ਹੱਕਾਂ ਦੀ ਰਾਖੀ ਹੈ, ਸੰਵਿਧਾਨ ਦੀ ਰਾਖੀ ਹੈ, ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਹੈ। ਸਾਨੂੰ ਇਸ ਨੂੰ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅੱਗੇ ਵਧਣਾ ਚਾਹੀਦਾ। ਸਾਡੇ ਕੋਲੇ ਮੌਕਾ ਹੈਗਾ 26 ਨੂੰ ਅਸੀਂ ਇੱਕ ਐਗਜ਼ਾਮਪਲ ਸੈੱਟ ਕਰੀਏ ਐਡਾ ਵਧੀਆ ਪੀਸਫੁਲ ਪਰੇਡ ਕਰਕੇ ਕਿ ਪੂਰੀ ਦੁਨੀਆ ਇਹ ਕਵੇ ਵੀ ਯਾਰ ਕਿਸਾਨ ਸਿਰਫ ਤੇ ਸਿਰਫ ਸ਼ਾਂਤੀ ਨਾਲ ਆਪਦੇ ਹੱਕ ਮੰਗ ਰਿਹਾ ਹੈ, ਇਸ ਸਰਕਾਰ ਨੂੰ ਦਿੱਕਤ ਕੀ ਹੈ। ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵੀਆ। ਬਹੁਤ ਆਸਾਂ ਉਮੀਦਾਂ ਦੇ ਨਾਲ ਅਸੀਂ ਦਿੱਲੀ ਆਏ ਹਾਂ, ਇੱਥੇ ਬੈਠੇ ਹਾਂ। ਹੁਣ ਤੱਕ ਦੇ ਸੰਘਰਸ਼ ਦੀਆਂ ਬਹੁਤ ਜਿੱਤਾਂ, ਹੋ ਸਕਦਾ ਤੁਹਾਨੂੰ ਕੋਈ ਕਹੇ ਕਿ ਕੁਛ ਨਹੀਂ ਜਿੱਤਿਆ, ਪਰ ਬਹੁਤ ਕੁਛ ਹਾਸਲ ਕੀਤਾ। ਪੰਜਾਬ ਤੇ ਹਰਿਆਣਾ ਦਾ ਇੱਕ ਭਾਈਚਾਰਾ ਹਾਸਲ ਕੀਤਾ ਤੇ ਇੰਨੀਆਂ ਮੀਟਿੰਗਾਂ ਦੇ ਬਾਵਜੂਦ ਸਾਡੇ ਆਗੂ ਜਿਹੜੇ ਬੈਠਦੇ ਆ, ਸਰਕਾਰ ਉਹਨਾਂ ਨੂੰ ਹਿਲਾ ਨਹੀਂ ਸਕੀ। ਸਰਕਾਰ ਸਾਨੂੰ ਪਿੱਛੇ ਨਹੀਂ ਚੱਕ ਸਕੀ ਹਜੇ ਤੱਕ, ਪਰ 26 ਦੀ ਜਿਹੜੀ ਕਾਲ ਹੈ ਉਹਨੂੰ ਲੈ ਕੇ ਬਹੁਤ ਗੱਲਾਂ ਚੱਲ ਰਹੀਆਂ। ਤਾਂ ਮੇਰੇ ਨਾਲ ਦੋ ਜਿਹੜੇ ਬੰਦੇ ਬੈਠੇ ਆ ਗਏ, ਭੈਣ ਨਵਕਿਰਨ ਨੱਤ ਨੇ ਮਾਫ ਕਰਨਾ, ਤੇ ਬਾਈ ਅਜੇਪਾਲ ਨਾਤਾ। ਇਹਨਾਂ ਦਾ ਪੂਰਾ ਪਰਿਵਾਰ ਆ ਜਿਹੜਾ ਉਹ ਕ੍ਰਾਂਤੀਕਾਰੀ ਪਰਿਵਾਰ ਆ ਪੰਜਾਬ ਦਾ, ਤੇ ਲੱਗੇ ਵੇ ਆ ਪਹਿਲੇ ਦਿਨ ਤੋਂ। ਤੁਸੀਂ ਸਾਰੇ ਲੱਗੇ ਵੇ ਹੋ। ਬਾਈ ਕਿੱਥੇ ਜੇ ਖੜਾ ਹੁਣ ਤੇ 26 ਨੂੰ ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਦੇਖਦੇ? ਕੋਲ ਹੈ ਜਿਹੜਾ ਇਸ ਵੇਲੇ ਜਮਾ ਉਹ ਜਿਹਨੂੰ ਕਹਿ ਸਕਦਾ ਵੀ ਬੁਲੰਦੀਆਂ ਤੇ ਅਰੂਜ ਤੇ ਪਹੁੰਚਿਆ ਹੋਇਆ ਤੇ ਸਾਨੂੰ ਇਹ ਲੱਗਦਾ ਵੀ ਸਰਕਾਰ 26 ਨੂੰ ਸਾਡੇ ਕੋਲ ਨੂੰ ਤਾਰਪੀਡੋ ਕਰਨ ਲਈ ਵਰਤ ਰਹੀ ਹੈ। ਉਹਦਾ ਸਬੂਤ ਕੱਲ੍ਹ ਸਿੰਘੂ ਤੇ ਜਿਹੜਾ ਘਟਨਾ ਵਾਪਰੀ ਆ, ਉਹ ਬੰਦਾ ਫੜਿਆ ਗਿਆ, ਉਹਦੇ ਜਿਹੜੇ ਬਿਆਨ ਨੇ ਜੇ ਤੁਸੀਂ ਉਹ ਸੁਣੋ ਤਾਂ ਤੁਹਾਨੂੰ ਇਹ ਗੱਲ ਬੜੀ ਸਾਫ਼ ਹੋ ਜੂ ਕਿ ਸਰਕਾਰ ਕਿੰਨੇ ਹੇਠਲੇ ਪੱਧਰ ਤੇ ਉਤਰ ਕੇ ਕਿਹੜੇ ਮਨਸੂਬਿਆਂ ਨਾਲ ਆਈ ਹੋਈ ਹੈ। ਮੋਰਓਵਰ ਜਿਹੜਾ ਹੁਣ ਇਹ ਨਵਾਂ ਇੱਕ ਦੌਰ ਚੱਲਿਆ ਇਨਫੋਰਮੇਸ਼ਨ ਮੀਡੀਆ ਦਾ, ਸਾਰਾ ਟੈਕਨੋਲੋਜੀ ਦਾ, ਇਹਦੇ 'ਚ ਗੇਮ ਹੈ ਜਿਹੜੀ ਸਾਰੀ ਨੈਰੇਟਿਵ ਸੈੱਟ ਤੇ ਹੁੰਦੀ ਹੈ ਨਾ। ਤਾਂ ਸਰਕਾਰ ਪਹਿਲੇ ਦਿਨ ਉਹਨਾਂ ਨੇ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਤਾਂ ਜੀ ਵੱਖਵਾਦੀ ਨੇ, ਇਹ ਤਾਂ ਜੀ ਅੱਤਵਾਦੀ ਨੇ, ਇਹ ਡੀਸਟੇਬਲਾਈਜ਼ ਕਰਨ ਆਏ ਨੇ ਦੇਸ਼ ਨੂੰ, ਇਹ ਕੁਛ ਇਹੋ ਜਿਹਾ ਕਰਨ ਆਏ ਨੇ ਵੀ ਬਸ ਇਹਨਾਂ ਨੂੰ ਭੰਡ ਦਿੱਤਾ ਜਾਵੇ। ਕੱਲ੍ਹ ਵਾਲੀ ਹਰਕਤ ਵੀ ਜੇ ਉਹ ਹੋ ਜਾਂਦੀ ਤਾਂ ਉਹ ਸਾਡੇ ਉੱਤੇ ਇੱਕ ਦਾਗ ਲੱਗਣਾ ਸੀ। ਅਸੀਂ ਧੰਨਵਾਦ ਕਰਦੇ ਉਹਨਾਂ ਸਾਰੇ ਜਾਗਦੀਆਂ ਜ਼ਮੀਰਾਂ ਵਾਲੇ, ਜਾਗਦੀਆਂ ਖੁੱਲ੍ਹੀਆਂ ਅੱਖਾਂ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਹੋ ਜਿਹੀਆਂ ਘਟਨਾਵਾਂ ਨੂੰ ਫੜਿਆ। ਸਾਡੇ ਕੋਲੇ ਕਿਹੜਾ ਸੈਟੇਲਾਈਟ ਹੈ, ਸਾਡੇ ਕੋਲੇ ਕੋਈ ਇੱਦਾਂ ਸਰਵੇਲੈਂਸ ਦਾ ਤੰਤਰ ਨਹੀਂ। ਜਿਹੜਾ ਸੰਘਰਸ਼ੀ ਯੋਧਾ ਸਾਡੇ ਕੋਲੇ ਇੱਥੇ ਪਹੁੰਚਿਆ ਉਹੀ ਸਾਡੀ ਸਰਵੇਲੈਂਸ ਹੈ, ਹਰੇਕ ਅੱਖ ਸਾਡੀ ਸਰਵੇਲੈਂਸ ਹੈ ਇੱਥੇ। ਤਾਂ ਇਹ ਮਸਲਾ ਹੈ ਕਿ ਇਹ ਸੰਘਰਸ਼ ਨੂੰ ਹੁਣ ਬੁਲੰਦੀਆਂ ਤੇ ਪਹੁੰਚ ਚੁੱਕਿਆ। 26 ਨੂੰ ਪਹਿਲੀ ਗੱਲ ਹੈ ਵੀ ਇਹ ਖਤਮ ਨਹੀਂ ਹੋ ਜਾਣਾ। 26 ਤੇ ਅਸੀਂ ਆਪਣਾ ਇੱਕ ਜਿਹਨੂੰ ਕਹਿ ਸਕਦਾ ਵੀ ਇਕਾਗਰਤਾ ਨਾਲ ਏਕਤਾ ਦਾ ਸਬੂਤ ਦੇਣਾ ਤੇ ਡਿਸਪਲਿਨ 'ਚ ਰਹਿੰਦੇ ਹੋਏ ਦੇਣਾ। ਪੂਰਾ ਇੱਕੋ ਹੀ ਨਾਰਾ ਪੀਸਫੁਲ ਤਰੀਕੇ ਨਾਲ ਦੇਣਾ। 26 ਜਨਵਰੀ ਹੁੰਦਾ, ਉੱਥੇ ਕੋਈ ਵੀ ਦੇਸ਼ ਆਪਦਾ ਜਿਹਨੂੰ ਸ਼ੌਰਯ ਕਹਿੰਦੇ ਜਾਂ ਮਾਈਟ ਕਹਿੰਦੇ ਉਹਦਾ ਸਬੂਤ ਦਿੰਦਾ ਵਿਦ ਡਿਸਪਲਿਨ। ਅਸੀਂ ਵੀ ਉਹੀ ਕਰਾਂ। ਸਾਡੇ ਜਵਾਨ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ, ਜਵਾਨ ਦੇਸ਼ ਦੇ ਅੰਦਰ ਇੱਕ ਗਣਤੰਤਰ ਦਿਵਸ ਮਨਾਉਣਗੇ ਜਿਹੜਾ ਹਰ ਸਾਲ ਮਨਾਇਆ ਜਾਂਦਾ, ਉਹ ਰਾਸ਼ਟਰੀ ਤਿਉਹਾਰ ਹੈ, ਸਾਡਾ ਉਹਦੇ ਪ੍ਰਤੀ ਸਨਮਾਨ ਹੈ। ਅਸੀਂ ਕਿਸਾਨ ਆ, ਸਾਡਾ ਡੈਮੋਕ੍ਰੈਟਿਕ ਹੱਕ ਹੈ, ਅਸੀਂ ਉਸ ਹੱਕ ਦੀ ਇੱਕ ਲੜਾਈ ਲੜ ਰਹੇ ਹਾਂ। ਅਸੀਂ ਆਪਦੀ ਰਾਜਧਾਨੀ ਜਿਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਅਸੀਂ ਵੀ ਉਸ ਦੇਸ਼ ਦਿਨ ਨੂੰ ਮਨਾਉਣਾ ਚਾਹੁੰਦੇ ਹਾਂ। ਅਸੀਂ ਉਸ ਸਰਕਾਰੀ ਸਮਾਗਮ ਨੂੰ ਜਿਹੜਾ ਹਰ ਸਾਲ ਹੁੰਦਾ ਉਹਦੇ 'ਚ ਕੋਈ ਖਲਲ ਨਹੀਂ ਪਾਉਣਾ। ਸਾਡਾ ਆਪਣਾ ਰੂਲ ਹੈ, ਸਾਡਾ ਆਪਣਾ ਰੂਟ ਹੈ, ਅਸੀਂ ਉਸੇ 'ਤੇ ਜਾਣਾ। ਇੱਕ ਬਈ ਤੁਸੀਂ ਖੁਦ ਹੀ ਕਿਹਾ ਵੀ ਨੈਰੇਟਿਵ ਦੀ ਲੜਾਈ ਆ ਗਈ ਹੈ ਨਾ। ਹੁਣ ਤੱਕ ਬਹੁਤ ਚੀਜ਼ਾਂ ਜਿਹੜੀਆਂ ਉਹ ਪਲਟੀਆਂ, ਮਤਲਬ ਜਿੰਨੇ ਵੀ ਅੰਦੋਲਨ ਅਸੀਂ ਵੀ ਤਾਂ ਦੇਖੀ ਆ ਇਸ ਸਰਕਾਰ ਦੇ ਵਿੱਚ ਵੀ, ਉਹਦੇ 'ਚ ਲੋਕ ਐ ਪਲਟ ਨਹੀਂ ਪਾਉਂਦੇ। ਲੋਕ ਜਿਹੜਾ ਨੈਰੇਟਿਵ ਸਰਕਾਰ ਨੇ ਸੈੱਟ ਕਰਤਾ ਉਹ ਤੇ ਡਿਫੈਂਸਿਵ ਹੀ ਹੋ ਜਾਂਦੇ ਆ ਇਕੱਲੇ। ਪਰ ਇਹ ਉਲਟਾ ਸਰਕਾਰ ਨੂੰ ਦਿਖਾਇਆ ਵੀ ਨਹੀਂ ਇਸ ਤਾਂ ਆਹਾਂ
ਜਦੋਂ ਵੀ ਕੋਈ ਲੋਕ ਲਹਿਰ ਉਸਰਦੀ ਹੈ, ਇਹ ਹੁਣ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਇਹ ਕਿਸਾਨਾਂ ਦਾ ਇਕੱਲਾ ਮੁੱਦਾ ਨਹੀਂ ਰਿਹਾ ਹੈ ਨਾ, ਇਹ ਸਿਰਫ ਜ਼ਮੀਨ ਦਾ ਨਹੀਂ, ਹੁਣ ਜ਼ਮੀਰ ਦਾ ਮਸਲਾ ਹੈ ਤੇ ਜਿਹੜਾ ਬੰਦਾ ਵੀ ਰੋਟੀ ਖਾਂਦਾ ਹੈ ਇਹ ਉਹਦਾ ਮਸਲਾ ਹੈ। ਠੀਕ ਹੈ, ਤਾਂ ਲੋਕ ਇਹਦੇ ਵਿੱਚ ਕੁੱਦ ਪਏ। ਲੋਕਾਂ ਨੂੰ ਪਤਾ ਵੀ ਪਿਛਲੇ ਲੰਮੇ ਸਮੇਂ ਦਾ ਹੁਣ ਇਤਿਹਾਸ ਲੋਕਾਂ ਦੇ ਸਾਹਮਣੇ ਆ ਵੀ ਸਰਕਾਰ ਕਿਸ ਤਰ੍ਹਾਂ ਲੋਕਾਂ ਨੂੰ ਬਦਨਾਮ ਕਰਦੀ ਹੈ, ਆਈਸੋਲੇਟ ਕਰਦੀ ਹੈ, ਟਾਰਗੇਟ ਕਰਦੀ ਹੈ, ਖਤਮ ਕਰ ਦਿੰਦੀ ਹੈ। ਇੱਥੇ ਲੋਕਾਂ ਨੇ ਕਲੈਕਟਿਵ ਐਫਰਟ ਦਿਖਾਇਆ, ਨੌਜਵਾਨ, ਕਿਸਾਨ, ਕਲਾਕਾਰ, ਕੋਈ ਵੀ ਵੰਨਗੀ ਕਲਾਕਾਰ ਸਭ ਉਹ 'ਚ ਇਕੱਠੇ ਨੇ, ਤਾਂ ਉਹਨਾਂ ਨੇ ਬੜਾ ਸੋਹਣਾ ਰੂਪ 'ਚ ਉਹਨੂੰ ਕਾਊਂਟਰ ਕੀਤਾ। ਉਹ ਕੋਈ ਵੀ ਫਾਲਸ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰਦਾ, 2 ਦਿਨ ਤੋਂ ਵੱਧ ਉਹਨਾਂ ਦੀ ਥਿਉਰੀ ਟਿਕਦੀ ਨਹੀਂ, ਉਹਨਾਂ ਨੂੰ ਉਹ ਬਦਲਣੀ ਪੈਂਦੀ ਹੈ। ਤਾਂ 26 ਜਨਵਰੀ ਦੇ ਮਾਮਲੇ 'ਚ ਅਸੀਂ ਪਹਿਲਾਂ ਤੋਂ ਇਹ ਕਿਹਾ ਹੋਇਆ ਵੀ ਸਾਡਾ ਅੰਦੋਲਨ ਪੂਰਾ ਪੀਸਫੁਲ ਹੋਊਗਾ। ਅਸੀਂ ਸ਼ਾਂਤਮਈ ਤਰੀਕੇ ਨਾਲ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਆਪਣਾ ਵਿਦਰੋਹ ਆ ਜਿਹੜਾ ਪ੍ਰੋਟੈਸਟ ਆ ਉਹ ਦਰਜ ਕਰਾਉਣ ਲਈ ਇੱਕ ਸ਼ਾਂਤਪੂਰਨ ਮਾਰਚ ਕਰਾਂਗੇ। ਅਸੀਂ ਮਾਰਚ ਕਰਕੇ ਵਾਪਸ ਆ ਜਾਾਂਗੇ। ਸਰਕਾਰ ਨੂੰ ਸਾਨੂੰ ਇਹ ਰਾਈਟ ਦੇਣਾ, ਸਾਡਾ ਸੰਵਿਧਾਨ ਸਾਨੂੰ ਇਹ ਰਾਈਟ ਦਿੰਦਾ। ਸੰਵਿਧਾਨ ਦਿਵਸ ਤੇ ਸੰਵਿਧਾਨ ਦਾ ਰਾਈਟ ਹੀ ਤਾਂ ਇੰਜੋਏ ਕਰਨ ਚੱਲੇ ਆ। ਤਾਂ ਇਹੀ ਮੇਰੀ ਇੱਕ ਬੇਨਤੀ ਹੈ। ਇੱਕ ਮੇਰੀ ਬੇਨਤੀ ਇਹਦੇ ਨਾਲ ਮੇਰੀ ਹੋਰ ਆ, ਸਾਡੀ ਲੜਾਈ ਹੈ ਇੱਥੋਂ ਬਾਰਡਰ ਤੋਂ ਅੰਦਰ ਜਾਣ ਦੀ, ਸਾਨੂੰ ਸਰਕਾਰ ਰੋਕੂਗੀ। ਠੀਕ ਹੈ, ਤਾਂ ਦਿੱਲੀ ਦੇ ਅੰਦਰ ਵੀ ਤਾਂ ਲੋਕ ਵਸਦੇ ਨੇ, ਉਹਨਾਂ ਨੇ ਵੀ ਰੋਟੀ ਖਾਣੀ ਹੈ, ਉਹ ਵੀ ਇਸ ਕਿਸਾਨ ਅੰਦੋਲਨ ਦੇ ਨਾਲ ਸੋਲੀਡੈਰਿਟੀ ਰੱਖਦੇ ਨੇ। ਸੋ ਅਸੀਂ ਹੱਥ ਜੋੜ ਕੇ ਕਿ ਉਹਨਾਂ ਨੂੰ ਅਪੀਲ ਕਿ ਬੇਨਤੀ ਸਭ ਕੁਝ ਕਰਦੇ ਹਾਂ ਵੀ ਤੁਸੀਂ ਪਰਿਵਾਰਾਂ ਸਮੇਤ ਆਓ ਇਸ ਪਰੇਡ ਨੂੰ ਦੇਖਣ। ਆਪਾਂ ਛੋਟੇ ਹੁੰਦੇ ਤੋਂ ਜਾਂਦੇ ਹਾਂ ਬਾਈ ਜੀ ਗਣਤੰਤਰ ਦਿਵਸ ਪਰੇਡ ਦੇਖਣ, ਤੁਸੀਂ ਵੀ ਜਾਂਦੇ ਹੋਵੋਗੇ ਸਕੂਲਾਂ ਬੰਨਿਓ, ਆਪਾਂ ਸਾਰੇ ਹੀ ਗਏ ਹਾਂ। ਠੀਕ ਹੈ, ਇਸ ਵਾਰੀ ਕਿਸਾਨ ਗਣਤੰਤਰ ਦਿਵਸ ਪਰੇਡ ਪਰਿਵਾਰਾਂ ਸਮੇਤ ਦੇਖਣ ਆਓ, ਵੱਧ ਚੜ੍ਹ ਕੇ ਉਹ 'ਚ ਸ਼ਮੂਲੀਅਤ ਕਰੋ। ਗੁਰਦੁਆਰਾ ਕਮੇਟੀਆਂ ਨੂੰ, ਹੋਰ ਸੰਸਥਾਵਾਂ ਨੂੰ ਸਾਡੀ ਬੇਨਤੀ ਹੈ ਵੀ ਤੁਸੀਂ ਆਓ, ਰਿਫਰੈਸ਼ਮੈਂਟ ਲੰਗਰ ਲਾਓ ਉੱਥੇ, ਕਿਉਂਕਿ ਜਿੰਨਾ ਲੰਮਾ ਇਹ ਹੋਣਾ ਸਾਰਾ ਦਿਨ ਲੱਗ ਜਾਣਾ। ਸਾਨੂੰ ਪਾਣੀ ਦੀ ਵੀ ਲੋੜ ਹੋਊ, ਸਾਨੂੰ ਚਾਹ ਦੀ ਵੀ ਲੋੜ ਹੋਊ, ਸਾਨੂੰ ਹੋ ਸਕਦਾ ਕੋਈ ਪੈਕੇਟ ਫੂਡ ਵੀ ਖਾਣਾ ਪਵੇ। ਤਾਂ ਤੁਸੀਂ ਲੰਗਰ ਲਾਓ ਤਾਂ ਕਿ ਇਸ ਹਿਸਟੋਰੀਕਲ ਡੇ ਨੂੰ ਪੂਰੀ ਦੁਨੀਆ ਦੇਖੇ ਵੀ ਇਹ ਸਿਰਫ ਇੱਕ ਜੋ ਸਰਕਾਰ ਕਹਿ ਰਹੀ ਇੱਕ ਸੂਬੇ ਜਾਂ ਉਹਦੇ ਨਹੀਂ, ਇਹ ਪੂਰੇ ਦੇਸ਼ ਦਾ ਸਵਾਲ ਹੈ ਤੇ ਪੂਰਾ ਦੇਸ਼ ਇਸ ਮਸਲੇ ਤੇ ਇਕਜੁੱਟ ਹੈ। ਜਿੰਨੇ ਵੱਧ ਲੋਕ ਆਉਣਗੇ ਉਨਾ ਸਾਡੀ ਗੱਲ ਦੂਰ ਤੱਕ ਜਾਊਗੀ। ਸਰਕਾਰ ਬਾਹਰਲਿਆਂ ਨੂੰ ਅੰਦਰ ਆਉਣੋਂ ਰੋਕ ਸਕਦੀ ਹੈ, ਜਿਹੜੇ ਅੰਦਰ ਬੈਠੇ ਉਹਨਾਂ ਦਾ ਕੀ ਕਰੂਗੀ? ਸੋ ਦੋਨੇ ਪਾਸੇ ਸਾਨੂੰ ਇਹ 'ਚ ਇਕੱਠੇ ਹੋਣਾ ਚਾਹੀਦਾ। ਹਾਂ ਬਿਲਕੁਲ, ਸਾਰੇ ਪਾਸੋਂ ਕਰਨ ਦੀ ਲੋੜ ਆ। ਪਰ ਨਵਕਿਰਨ ਵੀਰੇ, ਜਦੋਂ ਆਪਾਂ ਇਹ ਦੇਖਦੇ ਹਾਂ ਵੀ ਹੁਣ ਤੱਕ ਸਾਰੀ ਵਾਹ ਲਾ ਲਈ, ਡਿਸਟਰਬੈਂਸ ਕ੍ਰੀਏਟ ਕਰਨੀ ਹੈ ਵੀ ਹੁਣ ਆਪਣੇ ਸਾਹਮਣੇ ਹੀ ਹੋਇਆ ਵੀ ਕੀ ਕੁਛ ਹੋਇਆ ਹੈ ਨਾ, ਕੋਸ਼ਿਸ਼ਾਂ ਹੋ ਗਈਆਂ। ਤੇ ਕੱਲ ਜਿਹੜਾ ਮਤਲਬ ਕਿਉਂਕਿ ਅਸੀਂ ਜਿਹਦੇ ਇੰਟਰਵਿਊ ਰਿਕਾਰਡ ਕਰ ਰਹੇ ਹਾਂ, ਮੈਨੂੰ ਨਹੀਂ ਪਤਾ ਤੁਹਾਡੇ ਕੋਲੇ ਕਦੋਂ ਪਹੁੰਚੂਗੀ, ਪਰ ਜਦੋਂ ਰਿਕਾਰਡ ਕਰ ਰਹੇ ਹਾਂ ਤਾਂ ਇੱਕ ਦਿਨ ਪਹਿਲਾਂ ਮੁੰਡਾ ਫੜਿਆ ਗਿਆ ਜਿਹੜਾ ਮਤਲਬ ਇਸ ਲੈਵਲ ਤੱਕ ਪਹੁੰਚ ਗਏ ਕਿ ਕਿਸਾਨ ਆਗੂਆਂ ਤੱਕ ਨੂੰ ਹੈ ਨਾ ਕਤਲ ਅਸੀਂ ਕਰ ਦਿਓ। ਕੀ ਲੋਕ ਵੀ ਸਾਡੇ ਕਾਫੀ ਹੱਦ ਤੱਕ ਮੈਂਟਲੀ ਪ੍ਰਿਪੇਅਰ ਆ ਕਿ ਹੋਊਗਾ ਤੇ ਅਸੀਂ ਇਹਨੂੰ ਕਾਊਂਟਰ ਕਰ ਲਾਂਗੇ? ਬੇਸਿਕਲੀ ਇਹੀ ਆ ਕਿ ਸਾਨੂੰ ਸਾਰਿਆਂ ਨੂੰ ਇਹ ਡਰ ਹੈਗਾ ਕਿ ਸਟੇਟ ਕਿਤੇ ਨਾ ਕਿਤੇ ਇਸ ਸਾਰੇ ਅੰਦੋਲਨ ਨੂੰ ਡੀਰੇਲ ਕਰਨ ਲਈ ਇਸ ਤਰੀਕੇ ਦੀ ਹਰਕਤ ਕਰ ਸਕਦੀ ਹੈ, ਕਿਉਂਕਿ ਇਸ ਸਰਕਾਰ ਦਾ ਇਤਿਹਾਸ ਰਿਹਾ ਹੈ। ਤੁਸੀਂ NTCA, NRC, NPR ਮੂਵਮੈਂਟ ਦੇਖ ਲਓ, ਇਹਨਾਂ ਨੇ ਪੂਰੇ ਦਿੱਲੀ 'ਚ ਦੰਗੇ ਕਰਾਤੇ, ਮਤਲਬ ਉਸ ਇੱਕ ਮੂਵਮੈਂਟ ਨੂੰ ਮੁੱਦੇ ਤੋਂ ਭਟਕਾਉਣ ਲਈ, ਉਸ ਮੂਵਮੈਂਟ ਨੂੰ ਖਤਮ ਕਰਨ ਲਈ। ਤੇ ਕਿਉਂਕਿ ਕੋਵਿਡ ਆ ਗਿਆ ਇਸ ਕਰਕੇ ਇਹ ਸਰਕਾਰ ਸਫਲ ਵੀ ਰਹੀ। ਪਰ ਜਿਵੇਂ ਤੁਸੀਂ ਵੀ ਸ਼ੁਰੂ 'ਚ ਕਿਹਾ ਵੀ ਅਸੀਂ ਬਹੁਤ ਸਾਰੀਆਂ ਜਿੱਤਾਂ ਆਲਰੇਡੀ ਹਾਸਿਲ ਕਰ ਚੁੱਕੇ। ਤੁਸੀਂ ਇਹ ਦੇਖੋ ਵੀ ਅੱਜ ਤੱਕ ਦਾ ਇਹ ਇਤਿਹਾਸ ਦਾ ਸਭ ਤੋਂ ਵੱਡਾ ਅੰਦੋਲਨ ਮੰਨਿਆ ਜਾ ਰਿਹਾ, ਜਿਹੜਾ ਕਿ ਆਪਣੇ ਆਪ 'ਚ ਇੱਕ ਜਿੱਤ ਹੈ, ਜਿਹਦੇ ਕਰਕੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਸ ਸਰਕਾਰ ਨੂੰ ਸਮਝਦੇ ਹੋਏ, ਕਿਸ ਤਰੀਕੇ ਨਾਲ ਇਹ ਕੰਮ ਕਰਦੀ ਹੈ ਉਹਨੂੰ ਸਮਝਦੇ ਹੋਏ, ਇਹ ਗੱਲ ਆਪਣੇ ਮਨਾਂ 'ਚ ਬਿਠਾ ਲੈਣੀ ਚਾਹੀਦੀ ਹੈ ਕਿ 26 ਸਾਡੇ ਲਈ ਕੋਈ ਆਰ-ਪਾਰ ਦੀ ਲੜਾਈ ਨਹੀਂ ਹੈ। 26 ਸਾਡੇ ਲਈ ਸਿਰਫ ਇੱਕ ਦਿਨ ਹੈ ਜੋ ਅਸੀਂ ਅੱਜ ਤੱਕ ਆਪਣੀਆਂ ਜ਼ਿੰਦਗੀਆਂ 'ਚ ਮਨਾਉਂਦੇ ਰਹੇ ਹਾਂ। ਉਹ ਦਿਨ ਅਸੀਂ ਫਿਰ ਤੋਂ ਮਨਾਉਣਾ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪਬਲਿਕ ਤੋਂ ਬਿਨਾਂ ਰਿਪਬਲਿਕ ਨਹੀਂ ਹੋ ਸਕਦਾ। ਅਸੀਂ ਆਪਣੇ ਰਿਪਬਲਿਕ ਡੇ ਨੂੰ ਕਲੇਮ ਕਰਨਾ ਹੈ। ਜਿੱਦਾਂ ਅਜੇਪਾਲ ਨੇ ਵੀ ਕਿਹਾ ਵੀ ਸਾਡੇ ਜਿਹੜੇ ਜਵਾਨ ਨੇ ਉਹ ਰਾਜਧਾਨੀ ਦੇ ਦਿਲ 'ਚ ਬੈਠ ਕੇ ਇਹ ਦਿਨ ਮਨਾਉਣਗੇ ਅਤੇ ਅਸੀਂ ਰਾਜਧਾਨੀ ਦੀ ਪੈਰੀਫਰੀ 'ਤੇ ਉਹਦੀ ਆਊਟਰ ਰਿੰਗ ਰੋਡ 'ਤੇ ਇਹ ਦਿਨ ਮਨਾਵਾਂਗੇ। ਅਤੇ ਜੈ ਜਵਾਨ ਜੈ ਕਿਸਾਨ ਦਾ ਜਿਹੜਾ ਨਾਅਰਾ ਅਸੀਂ ਉਸੇ ਨੂੰ ਰੀਕਲੇਮ ਕਰਨ ਚੱਲੇ ਹਾਂ। ਅਤੇ ਮੈਨੂੰ ਲੱਗਦਾ ਕਿ ਜਿਹੜੇ ਵੀ ਲੋਕ ਇਸ ਗੱਲ ਨੂੰ ਸਮਝ ਰਹੇ ਆ, ਸਟੇਟ ਦੀਆਂ ਇੰਨੀਆਂ ਨੀਤੀਆਂ ਨੂੰ ਸਮਝ ਰਹੇ ਆ, ਉਹਨਾਂ ਨੂੰ ਇਕੱਲੇ ਨੂੰ ਜ਼ਿੰਮੇਵਾਰੀ ਲੈਣੀ ਪੈਣੀ ਆ। ਉਹਨਾਂ ਨੂੰ ਇਕੱਲੇ ਨੂੰ ਸਮਝਣਾ ਪੈਣਾ ਹੈ ਕਿ ਇਹ ਕੋਈ ਬਾਹਰੀ ਮੂਵਮੈਂਟ ਨਹੀਂ ਹੈਗੀ, ਇਹ ਸਾਡੀ ਨਿੱਜੀ ਮੂਵਮੈਂਟ ਹੈ। ਸਾਨੂੰ ਮੇਕ ਸ਼ੋਰ ਕਰਨਾ ਪੈਣਾ ਕਿ ਸਰਕਾਰ ਦਾ ਕੋਈ ਵੀ ਗਲਤ ਅਨਸਰ ਸਾਡੇ 'ਚ ਘੁਸ ਕੇ ਕੋਈ ਵੀ ਗਲਤ ਹਰਕਤ ਨਾ ਕਰ ਜੇ। ਇਹਦੇ ਲਈ ਸਾਨੂੰ ਸਾਰੇ ਆਪਣੇ ਅੱਖਾਂ, ਨੱਕ, ਕੰਨ ਸਭ ਖੋਲ੍ਹ ਕੇ ਪੂਰੀ ਸਤਰਕਤਾ ਦੇ ਨਾਲ 26 ਦੇ ਮਾਰਚ ਨੂੰ ਅਸੀਂ ਸਫਲ ਬਣਾਉਣਾ ਹੈ, ਕਿਉਂਕਿ ਸਟੇਟ ਦੀ ਜੇ ਅਸੀਂ ਛੋਟੀ ਜਿਹੀ ਵੀ ਕਿਤੇ ਅਣਗਹਿਲੀ ਵਰਤ ਗਏ ਨਾ, ਸਟੇਟ ਨੂੰ ਮੌਕਾ ਮਿਲ ਜੂਗਾ ਸਾਡੇ ਪੂਰੇ ਇਸ ਨੈਰੇਟਿਵ ਨੂੰ ਡੀਰੇਲ ਕਰਨ ਦਾ, ਜਿਹੜਾ ਕਿ ਅਸੀਂ ਬਿਲਕੁਲ ਵੀ ਉਹਨਾਂ ਨੂੰ ਕਿਸੇ ਵੀ ਹੱਦ 'ਚ ਦੇਣਾ ਨਹੀਂ ਹੈ। ਵੈਸੇ ਇੱਕ ਗੱਲ ਹਾਲਾਂਕਿ ਪੁੱਛਣਾ ਤਾਂ ਮੈਨੂੰ ਕੋਈ ਮੇਰੇ ਕੋਲੇ ਸੱਤਾਧਾਰੀ ਜਿਹੜੇ ਲੀਡਰ ਆ ਗਏ ਹੈ ਨਾ ਵੀ ਉਹ ਇਸ ਧਰਨੇ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ, ਉਹਨਾਂ ਨੂੰ ਪੁੱਛਣਾ ਚਾਹੀਦਾ। ਪਰ ਇੱਕ ਸਰਕਾਰ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਇਹ ਚੀਜ਼ ਦੇਖ ਕੇ ਤਾਂ ਚਾਅ ਚੜ੍ਹਨਾ ਚਾਹੀਦਾ ਵੀ ਕਿੰਨੇ ਲੋਕ
ਉਹ ਸ਼ਾਮਲ ਹੋ ਰਹੇ ਆ। ਡੈਮੋਕ੍ਰੇਸੀ ਕਿਵੇਂ ਚੱਲਦੀ ਆ? ਡੈਮੋਕ੍ਰੇਸੀ ਜਦੋਂ ਲੋਕ ਪਾਰਟਿਸਿਪੇਟ ਕਰਦੇ ਆ, ਇਕੱਲੇ ਵੋਟਾਂ ਪਾਉਣ ਖਾਤਰ ਥੋੜ੍ਹੀ ਆ ਅਸੀਂ ਵੀ ਜਾ ਕੇ ਹੁਣ ਕਿਸੇ ਵੀ ਪਾਰਟੀ ਨੂੰ ਵੋਟ ਪਾਏ। ਉਹ ਮੈਂ ਦੱਸਦਾ ਵੀ ਇਹ ਹੁਣ ਹਾਸੋਮਈ ਗੱਲ ਹੈ ਨਾ। ਉੱਥੇ ਛੁੱਟੀਆਂ ਕਰਾ ਕੇ ਧੱਕੇ ਨਾਲ ਭਰ ਕੇ ਬੱਸਾਂ 'ਚ 26 ਜਨਵਰੀ 15 ਅਗਸਤ ਪ੍ਰੋਗਰਾਮ ਤੇ ਲਿਜਾਇਆ ਜਾਂਦਾ ਸਾਨੂੰ। ਇਸ ਵਾਰੀ ਅਸੀਂ ਆਪ ਕਹਿ ਰਹੇ ਹਾਂ ਵੀ ਯਾਰ ਅਸੀਂ ਦਿਨ ਮਨਾਉਣ ਜਾਣਾ, ਸਾਨੂੰ ਰੋਕਿਆ ਜਾ ਰਿਹਾ ਹੈ। ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡੀ ਸਰਕਾਰ ਜਿਹੜੀ ਕਲੇਮ ਕਰਦੀ ਅਸੀਂ ਚੁਣੀ ਹੋਈ ਸਰਕਾਰ, ਉਹ ਸਾਡੇ ਦੇਸ਼ ਦੇ ਲੋਕਾਂ ਤੋਂ ਹੀ ਡਰ ਰਹੀ ਹੈ, ਆਪਦੇ ਨਾਗਰਿਕਾਂ ਤੋਂ ਹੀ ਡਰ ਰਹੀ ਹੈ। ਤਾਂ ਇਹ ਬਹੁਤ ਵੱਡਾ ਸਵਾਲ ਹੈ ਇੱਕ। ਜੇ ਦੇਸ਼ ਦੇ ਨਾਗਰਿਕ ਆਪਦੇ ਦੇਸ਼ ਦੇ ਸੰਵਿਧਾਨ ਦਾ ਦਿਵਸ ਮਨਾਉਣ ਲਈ ਰਾਜਧਾਨੀ 'ਚ ਜਾ ਕੇ ਇੱਕ ਪੀਸਫੁਲ ਮਾਰਚ ਕਰਨਾ ਚਾਹੁੰਦੇ ਆ, ਤਾਂ ਸਾਡੇ ਦੇਸ਼ ਦੇ ਹਾਕਮਾਂ ਨੂੰ ਡਰ ਕਿਉਂ ਹੈ? ਇਹ ਸਵਾਲ ਹੈ ਨਾ ਆਪਦੇ ਆਪ 'ਚ, ਇਹ ਸਵਾਲ ਪੁੱਛਣਾ ਚਾਹੀਦਾ ਸਾਨੂੰ। ਤੇ ਅਗਲੀ ਗੱਲ ਇਹੀ ਹੈ ਵੀ ਇੱਕ ਫਾਲਸ ਨੈਰੇਟਿਵ ਹੈ, ਉਹਨੂੰ ਆਪਣੇ ਉਹਦੇ 'ਚ ਨਹੀਂ ਪੈਣਾ, ਕਿਸੇ ਕਿਸਮ ਦੀ ਭੜਕਾਹਟ 'ਚ ਨਹੀਂ ਆਉਣਾ ਚਾਹੀਦਾ। ਤੇ ਅਸੀਂ ਪਹਿਲਾਂ ਵੀ ਅਪੀਲ ਕੀਤੀ ਹੈ, ਸਾਡੇ ਲੀਡਰਾਂ ਨੇ ਵੀ ਅਪੀਲ ਕੀਤੀ ਹੈ ਵੀ ਤਿੰਨ ਰੰਗਾ ਜਿਹੜਾ ਝੰਡਾ ਤਿਰੰਗਾ ਸਾਡਾ, ਉਹ ਸਾਡਾ ਰਾਸ਼ਟਰੀ ਝੰਡਾ, ਸਾਡਾ ਉਹਦੇ ਪ੍ਰਤੀ ਸਨਮਾਨ ਹੈ, ਉਹ ਮੁੱਖ ਰੱਖਣਾ। ਨਾਲ ਤੁਸੀਂ ਜਥੇਬੰਦੀ ਦਾ ਝੰਡਾ ਲਾਉਣਾ ਤੇ ਇਹਨੂੰ ਮੁੱਖ ਰੱਖਦੇ ਹੋਏ ਤੁਸੀਂ ਇਸ ਜਲੂਸ 'ਚ ਸ਼ਾਮਲ ਹੋਣਾ। ਸਾਡੇ ਬਹੁਤ ਸਾਰੇ ਵੀਰਾਂ ਨੂੰ ਇਸ ਗੱਲ ਤੇ ਇਤਰਾਜ਼ ਹੈ, ਤਾਂ ਉਹਨਾਂ ਨੂੰ ਵੀ ਅਸੀਂ ਇਹੀ ਬੇਨਤੀ ਕੀਤੀ ਸੀ ਵੀ ਸਾਡਾ ਜਿਹੜਾ ਇੱਕ ਸਾਡਾ ਕੌਮ ਦਾ ਝੰਡਾ ਹੈ ਨਾ, ਉਹ ਸਾਡੇ ਦਿਲਾਂ 'ਚ ਵੱਸਦਾ, ਉਹ ਹਮੇਸ਼ਾ ਹੀ ਉੱਚਾ ਹੈ, ਉਹ ਉੱਚਾ ਹੀ ਰਹੂਗਾ। ਉਹ ਦਸ਼ਮੇਸ਼ ਪਿਤਾ ਦਾ ਬਖਸ਼ਿਆ ਝੰਡਾ, ਉਹਨੂੰ ਕੋਈ ਥੱਲੇ ਨਹੀਂ ਕਰ ਸਕਦਾ। ਪਰ ਇੱਥੇ ਅਸੀਂ ਇੱਕ ਦੇਸ਼ ਦੇ ਸਵਾਲ ਤੇ ਖੜੇ ਹਾਂ। ਅਸੀਂ ਇਸ ਦੇਸ਼ ਨੂੰ ਬਚਾਉਣ ਆਏ ਹਾਂ ਤੇ ਦੇਸ਼ ਬਹੁਤ ਸਾਰੀਆਂ ਕੌਮਾਂ ਤੋਂ ਮਿਲ ਕੇ ਬਣਦਾ। ਸੋ ਕੌਮ ਦਾ ਝੰਡਾ ਸਾਡਾ ਦਿਲ 'ਚ ਹੈ, ਸਾਡੇ ਸਿਰ ਤੇ ਹੈ, ਸਾਡੇ ਉੱਤੇ ਹੈ। ਇੱਥੇ ਅਸੀਂ ਰਾਸ਼ਟਰੀ ਝੰਡੇ ਨੂੰ ਅੱਗੇ ਰੱਖ ਕੇ ਚੱਲਣਾ ਤੇ ਇਹ ਇੱਕ ਰਾਸ਼ਟਰ ਦੇ ਵਿੱਚ, ਇਸੇ ਦੇਸ਼ ਦੇ ਵਿੱਚ ਅਸੀਂ ਆਪਦੇ ਸੰਵਿਧਾਨਕ ਹੱਕਾਂ ਦੀ ਰਾਖੀ ਹੈ, ਸੰਵਿਧਾਨ ਦੀ ਰਾਖੀ ਹੈ, ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਹੈ। ਸਾਨੂੰ ਇਸ ਨੂੰ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅੱਗੇ ਵਧਣਾ ਚਾਹੀਦਾ। ਲੋਕ ਆ ਜਿਹੜੇ ਦੂਸਰੇ ਸਟੇਟ ਆ, ਉਹ ਪੰਜਾਬ ਦੀ ਅਗਵਾਈ ਕਬੂਲ ਕਰ ਰਹੇ ਆ ਤੇ ਭਾਵੇਂ ਜਥੇਬੰਦੀਆਂ ਦੇ ਆਗੂ ਮਤਲਬ ਸਾਰੇ ਇੱਜ਼ਤ ਦੇ ਲਾਇਕ ਆ। ਹਜੇ ਤੱਕ ਕੋਈ ਕੁਝ ਵੀ, ਵੈਸੇ ਤਾਂ ਕਹੀ ਚੱਲੇ, ਕਹਿਣ ਤੇ ਕੋਈ ਖਰਜਾਨਾ ਨਹੀਂ ਲੱਗਦਾ, ਪਰ ਉਹ ਸਾਰੇ ਇੱਜ਼ਤ ਦੇ ਲਾਇਕ ਆ, ਹਜੇ ਤੱਕ ਖੜੇ ਆ, ਡਟੇ ਵੇ ਆ। ਪਰ ਜਿਹੜੀ ਊਰਜਾ ਉਹ ਵੀ ਲੈ ਰਹੇ ਆ, ਉਹ ਯੂਥ ਤੋਂ ਲੈ ਰਹੇ ਆ। ਇਸ ਲਈ ਸਾਡੇ ਯੂਥ ਤੇ ਲੋਕਾਂ ਦੇ ਨਾਲੋਂ ਮੰਨ ਲਓ ਜਿਹੜੀਆਂ ਦੂਜੀਆਂ ਸਟੇਟਾਂ, ਉਹਨਾਂ ਨੂੰ ਵੱਧ ਜ਼ਿੰਮੇਵਾਰੀ ਨਹੀਂ ਪੈ ਜਾਂਦੀ ਵੀ ਯਾਰ ਅਸੀਂ ਮੂਹਰੇ ਲੱਗੇ ਵੇ ਆ ਹੁਣ ਇਹ ਗੱਲ ਤੇ। ਜਦੋਂ ਆਪਾਂ ਉਹੀ ਕਹਿੰਦੇ ਵੀ ਜਦੋਂ ਆਪਾਂ ਮੂਹਰੇ ਲੱਗ ਗਏ, ਆਪਾਂ ਲੀਡਰੀ ਲੈ ਲਈ, ਤਾਂ ਹੁਣ ਪੂਰਾ ਦੇਸ਼ ਵੀ ਸਾਡੇ ਵੱਲ ਦੇਖ ਰਿਹਾ। ਇਹਦੇ ਨਾਲ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਪੰਜਾਬ ਹਰਿਆਣੇ ਦੇ ਨੌਜਵਾਨਾਂ ਨੂੰ ਖਾਸ ਕਰਕੇ ਇਹ ਬੇਨਤੀ ਹੈ ਵੀ ਇਸ ਵੇਲੇ ਤੁਸੀਂ ਸਾਰੇ ਲੀਡਰ ਹੋ, ਪੂਰੀ ਦੁਨੀਆ ਇਸ ਗੱਲ ਨੂੰ ਹੁਣ ਮੱਥਾ ਟੇਕਦੀ ਹੈ ਵੀ ਯਾਰ ਜਿਨ੍ਹਾਂ ਨੂੰ ਤੁਸੀਂ ਨਸ਼ੇੜੀ ਤੇ ਕੀ ਕੁਝ ਨਹੀਂ ਕਿਹਾ ਪਿਛਲੇ ਸਮਿਆਂ 'ਚ, ਉਹ ਜਦੋਂ ਇਕਜੁੱਟ ਹੋਏ ਆਪਦੇ ਹੱਕਾਂ ਲਈ ਤੇ ਉਹਨਾਂ ਨੇ ਹੇਠਲੇ ਉੱਤੇ ਕਰਤੀ। ਤਾਂ ਹੁਣ ਜਦੋਂ ਇੰਨੀ ਜ਼ਿੰਮੇਵਾਰੀ ਪੈ ਗਈ, ਸਾਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ ਇਹਨਾਂ ਨੀਤੀਆਂ ਦੇ ਖਿਲਾਫ ਲੜਦੇ ਹੋਏ। 3 ਕਾਨੂੰਨ ਪੂਰੀ ਦੁਨੀਆ 'ਚ ਨੇ। ਜਦੋਂ ਇੱਥੋਂ ਅਸੀਂ ਜਿੱਤਾਂਗੇ ਤਾਂ ਪੂਰੀ ਦੁਨੀਆ 'ਚ ਦਾ ਮੈਸੇਜ ਜਾਊਗਾ, ਪੂਰੀ ਦੁਨੀਆ 'ਚ ਇੱਕ ਰੈਵੋਲੂਸ਼ਨ ਸ਼ੁਰੂ ਹੋਊਗਾ। ਤਾਂ ਸਾਡੀ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ। ਸੋ ਸਤਰਕਤਾ ਨਹੀਂ ਛੱਡਣੀ ਆਪਾਂ, ਸਾਵਧਾਨੀ ਹਟੀ ਨਹੀਂ, ਦੁਰਘਟਨਾ ਘਟੀ ਨਹੀਂ ਵਾਲੀ ਗੱਲ ਹੈ। ਉਹ ਬਹੁਤ ਸਾਰਾ ਕੁਝ ਕਰਨਗੇ, ਸਾਡੇ ਵਿੱਚੋਂ ਕਰ ਸਕਦੇ ਨੇ। ਸਾਨੂੰ ਉਦੇਸ਼ਿਆ ਉਹ ਪਹਿਲਾਂ ਵੀ ਹੋਇਆ ਕਿ ਉਹ ਭੀੜ ਦੇ ਵਿੱਚ ਵਰਦੀ ਪਾ ਕੇ ਕਿਸ ਰੂਪ 'ਚ ਨਹੀਂ ਆਏ ਤੇ ਲੋਕਾਂ ਦੇ ਕੀਤਾ, ਤੇ ਜਿਹੜੇ ਝੂਠੇ ਮੁਕੱਦਮੇ ਉਹ ਸਾਡੇ ਲੀਡਰਾਂ ਤੇ ਦਰਜ ਹੋਏ ਨੇ। ਤਾਂ ਇਹ ਅੱਗੇ ਵੀ ਕਰ ਸਕਦੇ ਆ, ਪਰ ਸਾਨੂੰ ਸ਼ੁਰੂ ਤੋਂ ਇਹਦੇ ਪ੍ਰਤੀ ਜਿਹੜੀ ਅਵੇਅਰਨੈਸ ਹੈ ਉਹ ਰੱਖਣੀ ਚਾਹੀਦੀ ਹੈ। ਇੱਕ ਲੋਕ ਆ ਜਿਹੜੇ ਦਿੱਲੀ ਦੇ, ਉਹ ਸਾਥ ਵੀ ਦੇ ਰਹੇ ਆ, ਪਰ ਹਜੇ ਵੀ ਲੱਗਦਾ ਵੀ ਜਿਹੜਾ ਜ਼ਹਿਰ 9 ਵਜੇ ਰੋਜ਼ ਉਹਨਾਂ ਨੂੰ ਸਾਡਾ ਮਤਲਬ ਇੱਕ ਮੀਡੀਆ ਦਾ ਹਿੱਸਾ ਜਿਹੜਾ ਹੈ ਨਾ ਉਹ ਪਿਆਉਂਦਾ ਗਾ, ਸ਼ਾਇਦ ਉਹਦੇ ਵੀ ਸ਼ਿਕਾਰ ਹੈਗੇ ਆ ਲੋਕ। ਉਹਦੇ ਨਾਲ ਕਿਵੇਂ ਮਤਲਬ ਅਸੀਂ ਟੱਕਰਾ ਮਤਲਬ ਜਿਹੜੀ ਸਾਡੇ ਜਾ ਰਹੇ ਆ, ਕੀ ਉਹਨਾਂ ਲਈ ਇਹੀ ਆ ਵੀ ਜੇ ਅਸੀਂ ਸਹੀ ਢੰਗ ਦੇ ਨਾਲ ਪਰੇਡ ਕਰਦੇ ਆ, ਸ਼ਾਂਤਮਈ ਰਹਿੰਦੀ ਆ ਆਪਣੇ ਆਪ, ਉਹਨਾਂ ਨੂੰ ਜਵਾਬ ਜਾਂ ਲੋਕਾਂ ਲਈ ਵੀ ਇੱਕ ਨਵਾਂ ਐਕਸਪੀਰੀਅੰਸ ਹੋਊਗਾ ਵੀ ਜਿਹੜੇ ਟੀਵੀ ਤੇ ਦਿਖਾਉਂਦੇ ਆ ਉਵੇਂ ਨਹੀਂ ਹੈਗੇ। ਬਿਲਕੁਲ ਜੀ, ਜਿੱਥੋਂ ਤੱਕ ਦੇਖਿਆ ਜਾਵੇ ਸਰਕਾਰ ਨੂੰ ਵੀ ਦਿੱਕਤ ਇਹੀ ਆ ਕਿ ਪੂਰੇ ਇੰਟਰਨੈਸ਼ਨਲ ਮੀਡੀਆ ਦੀਆਂ ਨਜ਼ਰਾਂ ਵੀ 26 ਜਨਵਰੀ ਦੇ ਕਿਸਾਨ ਮਾਰਚ ਦੇ ਉੱਤੇ ਟਿਕੀਆਂ ਹੋਈਆਂ ਨੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਮੋਦੀ ਜੀ ਨੂੰ ਜਿਹੜੀ ਇੰਨੀ ਮੀਡੀਆ ਅਟੈਂਸ਼ਨ ਦੀ ਆਦਤ ਹੈ ਨਾ, ਉਹਨਾਂ ਨੂੰ ਮਤਲਬ ਉਹ ਨਾਰਸਿਜ਼ਮ 'ਚੋਂ ਹੀ ਉਹ ਨਿਕਲ ਕੇ ਆ ਰਿਹਾ ਵੀ ਸਾਡੀ ਅਟੈਂਸ਼ਨ ਜਿਹੜੀ ਹੈ ਡਾਇਵਰਟ ਹੋ ਕੇ ਉਹ ਕਿਸਾਨਾਂ 'ਤੇ ਚੱਲ ਜੂਗੀ। ਅਤੇ ਇਸ ਕਰਕੇ ਤੁਸੀਂ ਸਾਨੂੰ ਇਕੱਲੇ ਬੰਦੇ ਨੂੰ ਇਹ ਸਮਝਣਾ ਪਊਗਾ ਵੀ ਪੂਰੀ ਦੁਨੀਆ ਦੀ ਅੱਖ 26 ਨੂੰ ਸਾਡੇ 'ਤੇ ਹੋਣੀ ਆ। ਇਸ ਕਰਕੇ ਅਸੀਂ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ, ਜਿਵੇਂ ਅਸੀਂ ਹਲੇ ਤੱਕ ਕੀਤੀ ਆ। ਅਸੀਂ 5 ਮਹੀਨੇ ਹੋ ਗਏ ਲਗਾਤਾਰ, ਪਹਿਲਾਂ ਪੰਜਾਬ 'ਚ ਅਤੇ ਹੁਣ ਦਿੱਲੀ ਦੇ ਦਰਾਂ 'ਚ ਇਸ ਅੰਦੋਲਨ ਨੂੰ ਸਫਲਤਾਪੂਰਵਕ ਪੀਸਫੁਲ ਢੰਗ ਨਾਲ ਸਾਨੂੰ ਚਲਾਉਂਦੇ ਹੋਏ, ਉਹੀ ਜਿਹੜੀ ਕਹਿ ਲਓ ਐਗਜ਼ਾਮਪਲ ਹੈ ਜਿਹੜੀ ਅਸੀਂ 26 ਨੂੰ ਵੀ ਸੈੱਟ ਕਰਨੀ ਹੈ। ਇਹਦੇ 'ਚ ਇੱਕ ਬਹੁਤ ਹੀ ਨੋਟਿਸ ਕਰਨ ਵਾਲੀ ਜਿਹੜੀ ਚੀਜ਼ ਹੈ, ਜਿਹੜਾ ਤੁਸੀਂ ਦੱਸਿਆ ਵੀ ਜਿਹੜੇ ਲੋਕ ਸਿੱਧੇ ਰੂਪ 'ਚ ਇਸ ਅੰਦੋਲਨ 'ਚ ਨਹੀਂ ਜੁੜੇ ਹੋਏ, ਪਰ ਤੁਸੀਂ ਨੋਟਿਸ ਕੀਤਾ ਹੋਣਾ ਵੀ 26-27 ਨਵੰਬਰ 2020 ਨੂੰ ਜਦੋਂ ਆਪਾਂ ਮਾਰਚ ਕਰਕੇ ਪੰਜਾਬ ਤੋਂ ਹਰਿਆਣਾ ਤੋਂ ਇੱਥੇ ਪਹੁੰਚੇ ਸੀਗੇ, ਉਸ ਤੋਂ ਬਾਅਦ ਵੱਡੀ ਗਿਣਤੀ 'ਚ ਲੋਕਾਂ ਦੀ ਕਹਿ ਲਓ ਸਿੰਪਥੀ, ਸਹਾਨੁਭੂਤੀ ਸਾਡੇ ਨਾਲ ਜੁੜੀ। ਜਦੋਂ ਲੋਕਾਂ ਨੇ ਦੇਖਿਆ ਵੀ ਯਾਰ ਕਿਸਾਨ ਤਾਂ ਦੀ ਗੱਲ ਕਹਿਣ ਦਿੱਲੀ ਆ ਰਿਹਾ ਸੀ, ਪਰ ਸਰਕਾਰ ਨੇ ਸੜਕਾਂ ਪੱਟਤੀਆਂ, ਸਰਕਾਰ ਨੇ ਬੈਰੀਕੇਡ ਲਾਤੇ, ਅਤੇ ਮਤਲਬ
ਪਹਿਲੀ ਵਾਰ ਹੋਇਆ ਸੀ ਕਿ ਸਰਕਾਰ ਖੁਦ ਪਬਲਿਕ ਪ੍ਰਾਪਰਟੀ ਨੂੰ ਡਿਸਟਰੋਏ ਕਰਨ ਤੇ ਉਤਰੀ ਹੋਈ ਸੀ, ਜਦ ਕਿ ਕਿਸਾਨ ਪੀਸਫੁਲੀ ਮਾਰਚ ਕਰ ਰਹੇ ਸੀ। ਤਾਂ ਉਸ ਪੂਰੇ ਇਨਸੀਡੈਂਟ ਨੇ, ਉਹ 2 ਦਿਨਾਂ ਦੀਆਂ ਉਹ ਸਾਰੀਆਂ ਘਟਨਾਵਾਂ ਨੇ ਲੋਕਾਂ ਦੇ ਦਿਲਾਂ 'ਚ ਵੀ ਇੱਕ ਹਮਦਰਦੀ ਜਗਾਈ ਹੈ ਵੀ ਯਾਰ ਉਹਨਾਂ ਦੀ ਤਾਂ ਤੁਸੀਂ ਗੱਲ ਵੀ ਨਹੀਂ ਸੁਣ ਰਹੇ, ਸਰਕਾਰ ਤਾਂ ਉਹਨਾਂ ਦੀ ਗੱਲ ਵੀ ਨਹੀਂ ਸੁਣ ਰਹੀ। ਤੇ ਮੈਨੂੰ ਲੱਗਦਾ ਵੀ ਉਹ ਜਿਹੜੀ ਸਾਡੀ ਇਮੇਜ ਆ, ਉਹ ਜਿਹੜਾ ਸਾਡਾ ਕੰਮ ਕਰਨ ਦਾ ਤਰੀਕਾ ਹੈ ਜਾਂ ਵਿਰੋਧ ਜਤਾਉਣ ਦਾ ਸਾਡਾ ਤਰੀਕਾ ਹੈ, ਉਹ ਸਾਨੂੰ ਅੱਗੇ ਵੀ ਜਾਰੀ ਰੱਖਣਾ ਪੈਣਾ ਹੈ। ਜਿਹੜੇ ਲੋਕ ਹਾਲੇ ਵੀ ਕਹਿ ਲਓ ਵੀ ਪੈਰੀਫਰੀ ਤੇ ਨੇ, ਸਾਡੇ ਵੱਲ ਨੂੰ ਝੁਕਾ ਰੱਖਦੇ ਹਾਲੇ ਵੀ ਕਿਤੇ ਬਾਉਂਡਰੀ ਤੇ ਖੜੇ ਨੇ ਗੋਦੀ ਮੀਡੀਆ ਦੇ ਜ਼ਹਿਰ ਕਰਕੇ, ਮੈਨੂੰ ਲੱਗਦਾ ਉਹਨਾਂ ਨੂੰ ਨਾਲ ਜੋੜਨ ਦਾ ਵੀ ਸਾਡੇ ਕੋਲੇ ਮੌਕਾ ਹੈਗਾ। 26 ਨੂੰ ਅਸੀਂ ਇੱਕ ਐਗਜ਼ਾਮਪਲ ਸੈੱਟ ਕਰੀਏ ਐਡਾ ਵਧੀਆ ਪੀਸਫੁਲ ਪਰੇਡ ਕਰਕੇ ਕਿ ਪੂਰੀ ਦੁਨੀਆ ਇਹ ਕਵੇ ਵੀ ਯਾਰ ਕਿਸਾਨ ਸਿਰਫ ਤੇ ਸਿਰਫ ਸ਼ਾਂਤੀ ਨਾਲ ਆਪਦੇ ਹੱਕ ਮੰਗ ਰਿਹਾ ਹੈ, ਇਸ ਸਰਕਾਰ ਨੂੰ ਦਿੱਕਤ ਕੀ ਹੈ। ਇਸ ਕਰਕੇ ਮੈਨੂੰ ਲੱਗਦਾ ਕਿ ਇਹ ਸਾਡੀ ਇਕੱਲੇ ਦੀ ਮੋਰਲ ਰਿਸਪੌਂਸਿਬਿਲਟੀ ਬਣਦੀ ਆ ਕਿ 26 ਨੂੰ ਅਸੀਂ ਸ਼ਾਂਤਮਈ ਤਰੀਕੇ ਨਾਲ ਸਫਲਤਾਪੂਰਵਕ ਬਣਾਈਏ। ਬਿਲਕੁਲ ਜਿਵੇਂ ਕਿਹਾ ਨਾ ਭੈਣ ਨੇ ਕਿ ਵੀ ਸਾਡੀ ਜ਼ਿੰਮੇਵਾਰੀ ਵੱਧ ਆ ਗਈ, ਹੁਣ ਅਸੀਂ ਜਾਗੇ ਵੇ ਆ ਤੇ ਹੋ ਸਕਦਾ ਕੋਈ ਨੀਂਦ 'ਚ ਹੋਵੇ, ਅਸੀਂ ਜਿਹੜਾ ਨੀਂਦ 'ਚ ਉਹਨੂੰ ਜਗਾਉਣਾ ਹੈ, ਉਹਨੂੰ ਬੇਹੋਸ਼ ਨਹੀਂ ਕਰ ਦੇਣਾ। ਅਸੀਂ ਨਾਲ ਜੋੜਨ ਆਏ ਆ, ਪੰਜਾਬ ਮੂਹਰੇ ਲੱਗਿਆ, ਸਾਡੀ ਜ਼ਿੰਮੇਵਾਰੀ ਵੱਧ ਹੈ। ਸੋ ਸਾਡੀ ਜਵਾਨੀ ਨੂੰ ਇਹੀ ਅਪੀਲ ਆ, ਸ਼ਾਂਤ ਰਹੋ। ਯੂਨੀਅਨਾਂ ਨੇ ਜੋ ਪ੍ਰੋਗਰਾਮ ਦਿੱਤਾ ਉਹਦੇ ਵਿੱਚ ਹੀ ਅਸੀਂ ਰਹੀਏ। ਬਾਈ ਕੁਛ ਜਾਂਦੇ ਕੁਝ ਰਹਿ ਗਿਆ ਹੋਵੇ ਕਵਰ ਕਰ? ਉਹ ਇੱਕ ਬੇਨਤੀ ਇਹ ਹੈ ਵੀ ਜਿਹੜੇ ਬੰਦੇ, ਹੁਣ ਸਾਰਾ ਹਿੰਦੁਸਤਾਨ ਤਾਂ ਇੱਥੇ ਨਹੀਂ ਆ ਸਕਦਾ ਦਿੱਲੀ 'ਚ, ਤਾਂ ਇਹ ਬੇਨਤੀ ਹੈ ਵੀ ਅਸੀਂ ਬਹੁਤ ਖੁਸ਼ੀ ਹੋਈ ਅੱਜ ਦਾ ਅਖਬਾਰ ਪੜ੍ਹ ਕੇ ਵੀ ਪੂਰੇ ਹੋਰ ਸਟੇਟਾਂ 'ਚ ਦੇਸ਼ ਦੀਆਂ 'ਚ ਵੀ ਇਹ ਮੈਸੇਜ ਗਿਆ ਤੇ ਹਰੇਕ ਥਾਂ ਤੇ ਗਣਤੰਤਰ ਦਿਵਸ ਮਨਾਇਆ ਜਾਂਦਾ, ਠੀਕ ਹੈ। ਤਾਂ ਉੱਥੇ ਜਿਹੜਾ ਮੇਨ ਗਣਤੰਤਰ ਦਿਵਸ ਪ੍ਰੋਗਰਾਮ ਹੈ, ਅਸੀਂ ਕਿਤੇ ਵੀ ਉਹਨੂੰ ਡਿਸਟਰਬ ਨਹੀਂ ਕਰਨਾ, ਉਹਦੇ ਅਸੀਂ ਬਿਲਕੁਲ ਹੱਕ 'ਚ ਨਹੀਂ ਹੈਗੇ ਵੀ ਆਪਾਂ ਉਹਨੂੰ ਡਿਸਟਰਬ ਕਰੀਏ। ਆਪਾਂ ਸਰਕਾਰ ਨੂੰ ਕੋਈ ਮੌਕਾ ਨਹੀਂ ਦੇਣਾ ਸਾਡੇ ਇਸ ਅੰਦੋਲਨ ਨੂੰ ਭੰਡਣ ਦਾ। ਪਰ ਹਰੇਕ ਸ਼ਹਿਰ 'ਚ, ਹਰੇਕ ਕਸਬੇ 'ਚ ਸਾਡੇ ਇਸ ਅੰਦੋਲਨ ਦੇ ਹਮਾਇਤੀ ਉਹ ਆਪਦਾ ਇੱਕ ਪੈਰਲਰ ਮਾਰਚ ਕੱਢਣ। ਤੁਰਨ ਵਾਲਾ ਤੁਰ ਕੇ ਝੰਡਾ ਫੜ ਕੇ ਜਾਵੇ, 2 ਵੀਲਰ ਤੇ ਜਾਵੇ, ਕਾਰ ਤੇ ਜਾਵੇ, ਟਰੈਕਟਰ ਤੇ ਜਾਵੇ, ਟਰਾਲੀ ਤੇ ਜਾਵੇ, ਜੋ ਸਾਧਨ ਹੈ ਤੁਸੀਂ ਹਰੇਕ ਸ਼ਹਿਰ 'ਚ ਇੱਕ ਥਾਂ ਮਿਥ ਲਓ ਵੀ ਇਸ ਥਾਂ ਤੋਂ ਫਲਾਨੀ ਥਾਂ ਤੱਕ ਅਸੀਂ ਕਿਸਾਨ ਅੰਦੋਲਨ ਦੇ ਹੱਕ 'ਚ ਵੀ ਗਣਤੰਤਰ ਦਿਵਸ ਪਰੇਡ 26 ਜਨਵਰੀ ਤੇ ਕੱਢਾਂਗੇ। ਇਹ ਪੂਰੇ ਦੇਸ਼ 'ਚ ਹੋਣਾ ਚਾਹੀਦਾ ਹੈ, ਫੇਰ ਹੀ ਇਸ ਬੋਲੀ ਸਰਕਾਰ ਦੇ ਜਿਹੜੇ ਕੰਨਾਂ ਤੇ ਉਹ ਜੂੰ ਸਰਕੂਗੀ। ਸਾਡਾ ਮੈਸੇਜ ਇਸੇ ਰੂਪ 'ਚ ਪਹੁੰਚੂਗਾ ਜਦੋਂ ਸਾਊਥ ਇੰਡੀਆ 'ਚ, ਈਸਟ ਇੰਡੀਆ 'ਚ, ਵੈਸਟ ਇੰਡੀਆ 'ਚ, ਮਿਡਲ ਇੰਡੀਆ 'ਚ, ਨਾਰਥ 'ਚ ਤਾਂ ਅਸੀਂ ਕਰ ਹੀ ਰਹੇ ਹਾਂ। ਇਹ ਪਰੇਡਾਂ ਹੋਣਗੀਆਂ, ਫਿਰ ਇਹਨਾਂ ਦੇ ਦਿਮਾਗ ਤੇ ਬੋਝ ਪਊਗਾ ਵੀ ਹੁਣ ਲੋਕ ਸਾਰੇ ਦੇਸ਼ ਦੇ ਇਕੱਠੇ ਹੋ ਗਏ, ਹੁਣ ਇੱਕ ਸੂਬੇ ਦਾ, ਇੱਕ ਧਰਮ ਦਾ, ਇੱਕ ਕੌਮ ਦਾ ਮਸਲਾ ਨਹੀਂ ਰਿਹਾ। ਫਿਰ ਇਹਨਾਂ ਨੂੰ ਸਾਡੀ ਗੱਲ ਹੈ ਜਿਹੜੀ ਉਹ ਮੰਨਣੀ ਪਊਗੀ ਤੇ ਪੀਸਫੁਲ ਰਹਿੰਦੇ ਅਸੀਂ ਮਨਾਉਣਾ। ਬਸ ਇਹੀ ਸਾਡਾ ਜਾਂਦੇ ਸੰਦੇਸ਼ ਹੈ। ਬਿਲਕੁਲ ਜੀ, ਇਹ ਨਵੀਂ ਉਮਰ ਦੇ ਨਵੇਂ ਹਥਿਆਰ ਨੇ ਬਾਪੂ, ਹੱਕ ਲੈਣ ਲਈ ਪੁੱਤ ਤੇਰੇ ਜਮਾ ਤਿਆਰ ਨੇ ਬਾਪੂ। ਡੈਮੋਕ੍ਰੇਸੀ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਅਸੀਂ ਪੀਸਫੁਲ ਰਹੀਏ। ਆ ਜਿਹੜੇ ਬਾਕੀ ਮੁਲਕਾਂ ਦੇ ਲੋਕ ਸਾਡੇ ਵੱਲ ਦੇਖਦੇ ਆ, ਹੁਣ ਇਹਨੂੰ ਜ਼ਿੰਮੇਵਾਰੀ ਨੂੰ ਬਾਈ ਪੂਰੀ ਸਮਝ ਗਏ। ਤੁਸੀਂ ਕਹੋਗੇ ਬਾਰ-ਬਾਰ ਕਹਿ ਰਹੇ ਆ, ਤੁਹਾਡੇ ਤੇ ਹੱਕ ਆ ਤਾਂ ਹੀ ਕਹਿ ਰਹੇ ਆ, ਤੁਸੀਂ ਦੇਖਦੇ ਹੋ ਤਾਂ ਹੀ ਕਹਿ ਰਹੇ ਆ। ਬਹੁਤ ਬਹੁਤ ਸ਼ੁਕਰੀਆ ਬਾਈ।